गुरु है बाणी। विच बाणी अमृत सारे, गुर बाणी कहे सेवक जन मानै। पर तख गुरु निस्तारे, आवो सिख सतगुर के प्यारियो। गावो सची बाणी, बाणी तां गावो गुरु केरी। बाणियाँ सिर बाणी, जिनको नदर कर्म होवे। हृदय तिना समाणी, पीवा अमृत सदा रहो हर रंग। जपियो सारिंग पाणी, कह नानक सदा गावो एहो सच्ची बाणी। मूक उचरै शास्त्र खट, पिंग गिरन चढ़ जाए। अंध लखै बदरू सुनै, जो काल कृपा कराए। तनासरी महला पंजवा, घर बारवा। एक ओंकार सतगुर प्रसाद, बंदना हर बंदना। गुण गावहो गोपाल राय, बंदना हर बंदना। गुण गावहो गोपाल राय रहाओ। वड्डा भाग भेटे गुरदेवा, कोट पराध मिटे हर सेवा। चरण कमल जाका मन रापै, सोग अगन तिस जन नाम व्यापै। सागर तरिया साधु संगे, निर्भौ नाम जपहो हर रंगे। पर धन दोख किश पाप ना भेड़े, जम जंदार ना आवे नेड़े। तृष्णा अगन प्रभ आप बुझाई, नानक उदरे प्रभ शरणाई। तृष्णा अगन प्रभ आप बुझाई, नानक उदरे प्रभ शरणाई। वाहिगुरु जी का खालसा, वाहिगुरु जी की फतेह। धन धन साहिब महाराज श्री गुरु ग्रंथ साहिब जी ਸਾਹਿਬਾਂ ਦੀ पावन पवित्र हजूरी अंदर जुड़ बैठी गुरु दे प्यार वाली गुरु दी साजी नबाजी साध संगत जीओ। सतगुरां दी अपर अपार मेहर कृपा रहमत बख्शिश दा सदका अमृत वेले नितनेम दियां बाणियां दे जाप होए। आसा जी दी वार दे कीर्तन गुरमुखां पासों सरवण कीते ने। चल रही लड़ीवार कथा आद श्री गुरु ग्रंथ साहिब जी दी सरवण करन लई गुरु चरनां विच बैठे हैं। ये पावन पवित्र शब्द धनासरी राग दे विच महला पंजवां घर 12वां पंजवें पातशाह जी द्वारा उचारण किया होया उपदेश है ते 12वें घर विच गायन करन दा हुक्म है। पहलों मंगल है अकाल पुरख दा बीज मंत्र एक ओंकार सतगुर प्रसाद। परमात्मा एक है, वो प्रकाशक है।
ਊੜੇ ਦੇ ਉੱਤੇ ਜਿਹੜੀ ਲਕੀਰ ਹੈ ਜਿਸ ਨੂੰ ਕਾਰ ਕਿਹਾ ਜਾਂਦਾ ਹੈ, ਜਿਸ ਦਾ ਅਰਥ ਹੈ ਕਿ ਉਹ ਇੱਕ ਰਸ ਹੈ, ਉਸ ਦੇ ਹੁਕਮ ਦੇ ਵਿੱਚ ਹੈ ਸਾਰਾ ਕੁਝ। ਸਤਿਗੁਰ ਉਸ ਦਾ ਗਿਆਨ ਹਮੇਸ਼ਾ ਰਹਿਣੇ ਵਾਲਾ ਹੈ। ਪ੍ਰਸਾਦ ਸਤ ਦਾ ਜੋ ਗਿਆਨ ਹੈ ਉਹਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਸਤ ਦਾ ਗਿਆਨ ਇਹਦਾ ਪ੍ਰਸਾਦ ਹੀ ਪ੍ਰਸਾਦ ਹੈ, ਇਹਨੂੰ ਪ੍ਰਸਾਦ ਕਿਹਾ ਜਾਂਦਾ। ਪ੍ਰਸਾਦ ਭਾਵ ਜੋ ਮੁਫਤ ਦੇ ਵਿੱਚ ਮਿਲੇ, ਜਿਸ ਦੀ ਕੋਈ ਕੀਮਤ ਨਾ ਹੋਵੇ। ਸੋ ਇਹ ਗੁਰੂ ਦਾ ਜਿਹੜਾ ਗਿਆਨ ਆ ਇਹਦੀ ਕੋਈ ਕੀਮਤ ਨਹੀਂ ਹੈ। ਗੁਰੂ ਵੱਲੋਂ ਦਿੱਤਾ ਹੋਇਆ ਆਪਣੇ ਆਪ ਭਗਤਾਂ ਨੂੰ ਪ੍ਰਸ਼ਾਦ ਹੁੰਦਾ। ਤਿਲਕ ਦਿੰਦਾ ਸਤਿਗੁਰੂ ਜੀ, ਇੱਕ ਤਿਲ, ਬਸ ਕਿਣਕਾ ਇੱਕ ਜਦੋਂ ਉਹ ਪ੍ਰਸ਼ਾਦ ਦਾ ਗਿਆਨ ਦਾ ਦੇ ਦਿੰਦਾ ਤਾਂ ਕਿ ਮਹਿਮਾ ਗਨੀ ਨਾ ਜਾਏ, ਉਹਦੀ ਮਹਿਮਾ ਫਿਰ ਕੀਤੀ ਨਹੀਂ ਜਾ ਸਕਦੀ ਹੈ। ਸੋ ਇਹ ਬਾਣੀ ਦਾ ਜਿਹੜਾ ਗਿਆਨ ਹੈ, ਗੁਰੂ ਦਾ ਗਿਆਨ, ਉਹਦੀ ਕਿਰਪਾ ਦੇ ਨਾਲ ਹੁੰਦਾ। ਉਹੀ ਜਦੋਂ ਇੱਕ ਕਿਣਕਾ ਮਾਤਰ ਪ੍ਰਸ਼ਾਦ ਦਿੰਦਾ ਹੈ ਅਤੇ ਇਹ ਗਿਆਨ ਦਾ ਪ੍ਰਸ਼ਾਦ ਸਾਨੂੰ ਮਿਲਦਾ ਹੈ। ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ। ਰਹਾਉ। ਸੋ ਨਮਸਕਾਰ ਹੈ। ਬੰਦਨਾ ਹੁੰਦੀ ਵੀ ਹੱਥ ਬੰਨ੍ਹ ਕੇ ਅਰਜ਼ੋਈ ਕਰਨੀ। ਬੰਦਨਾ ਸੁਰਤੀ ਬਿਰਤੀ ਨੂੰ ਬੰਨ੍ਹ ਕੇ ਆਪਣੇ ਧਿਆਨ ਨੂੰ ਚੰਗੀ ਤਰ੍ਹਾਂ ਇਕਾਗਰ ਕਰਕੇ, ਇਹ ਨਹੀਂ ਇਕੱਲੇ ਹੱਥ ਹੀ ਬੰਨ੍ਹਣੇ ਨੇ, ਆਪਣਿਆਂ ਵਿਚਾਰਾਂ ਨੂੰ ਵੀ ਬੰਨ੍ਹਣਾ ਹੁੰਦਾ। ਜੋ ਆਪਾਂ ਬੇਨਤੀ ਕਰਦੇ ਹਾਂ ਉਹਨੂੰ ਬੰਨ੍ਹਣਾ ਪੈਂਦਾ, ਮਨ ਨੂੰ ਬੰਨ੍ਹਣਾ ਪੈਂਦਾ। ਇੱਦਾਂ ਨਹੀਂ ਵੀ ਮਨ ਉਡਾਰੀਆਂ ਮਾਰੇ ਅਤੇ ਹੱਥ ਜੁੜੇ ਹੋਏ ਹੋਣ, ਉਹ ਬੰਦਨਾ ਨਹੀਂ ਹੁੰਦੀ। ਬੰਦਨਾ ਹੁੰਦੀ ਹੈ ਜਦੋਂ ਮਨ ਚਿੱਤ ਇੱਕ ਹੈ, ਮਨ ਬੱਝਿਆ ਹੋਇਆ, ਕਿਸੇ ਪਾਸੇ ਇਹਦੀਆਂ ਉਡਾਰੀਆਂ ਨਹੀਂ ਲੱਗਦੀਆਂ ਪਈਆਂ, ਧਿਆਨ ਇਕਾਗਰ ਹੈ, ਬੱਝਿਆ ਹੋਇਆ, ਉਹ ਬੰਦਨਾ ਹੈ। ਹਰ ਬੰਦਨਾ, ਬੰਦਨਾ ਕਰਨੀ ਕਿਹਨੂੰ ਹੈ? ਜਿਹੜਾ ਬੰਧਨ ਕਰਨ ਦੇ ਯੋਗ ਹੈ, ਜਿਹੜਾ ਹਰੀ ਹੈ, ਜਿਹੜਾ ਸਾਡੇ ਦੁੱਖਾਂ ਨੂੰ ਨਾਸ਼ ਕਰ ਸਕੇ। ਹਰ ਤੋਂ ਭਾਵ ਹੁੰਦਾ ਨਾਸ਼ ਕਰਨਾ, ਹਰ ਤੋਂ ਭਾਵ ਹੁੰਦਾ ਹਰੇ ਭਰੇ ਕਰਨਾ। ਜਿਹੜਾ ਸੁੱਕਿਆਂ ਨੂੰ ਹਰੇ ਕਰ ਦਿੰਦਾ ਹੈ, ਜਿਹੜਾ ਦੁੱਖਾਂ ਨੂੰ ਨਾਸ਼ ਕਰ ਦਿੰਦਾ ਹੈ, ਬੰਧਨ ਯੋਗ ਹੈ ਜਿਹੜਾ, ਉਸ ਨੂੰ ਬੰਦਨਾ ਕਰਨੀ। ਗੁਣ ਗਾਵਹੁ ਗੋਪਾਲ ਰਾਏ। ਬੰਦਨਾ ਕਿਸ ਤਰੀਕੇ ਦੇ ਨਾਲ ਕਰਨੀ? ਉਹਦੇ ਗੁਣ ਗਾ ਕੇ, ਉਹਦੇ ਗੁਣ ਗਾਉਣੇ ਹੀ ਬੰਦਨਾ ਹੈ। ਜਦੋਂ ਆਪਣਾ ਦੁੱਖ ਵੀ ਦੱਸਣਾ ਸੋ ਉਹ ਵੀ ਦੁੱਖ ਨੂੰ ਵੀ ਦਾਤ ਸਮਝ ਕੇ ਦੱਸਣਾ। ਇਹ ਵੀ ਦਾਤ ਤੇਰੀ ਦਾਤਾਰ। ਗੁਣ ਗਾਉਣ ਤੋਂ ਭਾਵ ਤਾਂ ਇਹੀ ਹੁੰਦਾ ਨਾ, ਜੋ ਤੂੰ ਕਰ ਰਿਹਾ ਸਹੀ ਹੈ, ਉਹ ਠੀਕ ਹੈ, ਇਹਨੂੰ ਕਹਿੰਦੇ ਗੁਣ ਗਾਉਣੇ, ਗੁਣ ਗਾਇਨ ਕਰਨਾ। ਦੁੱਖ ਦੇ ਵਿੱਚ ਨਿਰਾਸ਼ ਨਾ ਹੋਣਾ, ਗੁਣ ਗਾਇਨ। ਹਰ ਵਕਤ ਉਹਦੀਆਂ ਗੱਲਾਂ ਕਰੀ ਜਾਣੀਆਂ, ਉਸਤਤੀ ਕਰੀ ਜਾਣੀ, ਗੁਣ ਗਾਇਨ, ਉਹਦੇ ਹੀ ਗੁਣ ਗਾਉਣੇ। ਜਿੰਨੀਆਂ ਦਾਤਾਂ ਅਸੀਂ ਭੋਗਦੇ ਹਾਂ, ਜਿੰਨੇ ਸੁੱਖ ਅਸੀਂ ਭੋਗਦੇ ਹਾਂ, ਗੁਣ ਉਹਦੇ ਹੀ ਗਾਇਨ ਕਰਨੇ ਨੇ। ਸੋ ਅਸੀਂ ਜਿਹੜਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਜਿਹਨੇ ਖੰਡਾਂ ਬ੍ਰਹਮੰਡਾਂ ਨੂੰ ਦਾਨ ਦਿੱਤਾ, ਸੋ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਅਸੀਂ ਭੋਗਦੇ ਹਾਂ ਅਤੇ ਗੁਣ ਗਾਇਨ ਅਸੀਂ ਬੰਦਿਆਂ ਦੇ ਕਰਦੇ ਹਾਂ, ਜਾਂ ਖੁਦ ਅਸੀਂ ਆਪਣੇ ਆਪ ਦੇ ਆਪ ਹੀ ਗੁਣ ਗਾਇਨ ਕਰੀ ਜਾਂਦੇ। ਮੈਂ ਆਪਣੀ ਮਿਹਨਤ ਨਾਲ ਕੀਤਾ, ਆਪਣੀ ਮੁਸ਼ੱਕਤ ਕੀਤੀ, ਆਪਣੀ ਬਲ ਬੁੱਧ ਦੇ ਬੋਤੇ ਇੱਥੇ ਤੱਕ ਪਹੁੰਚਿਆ। ਆਪਣੇ ਗੁਣ ਆਪ ਗਾਇਨ ਕਰਨੇ ਵਾਲੇ ਬੜੇ ਨੇ। ਜਾਂ ਬੰਦਾ ਆਪਣੇ ਗੁਣ ਗਾਇਨ ਕਰਦਾ ਹੈ ਅਤੇ ਜਾਂ ਫਿਰ ਲੋਕਾਂ ਦੇ ਗੁਣ ਗਾਇਨ ਕਰਦਾ ਹੈ। ਪਾਰ ਬ੍ਰਹਮ ਪਰਮੇਸ਼ਰ ਦੇ ਗੁਣ ਗਾਇਨ ਤਾਂ ਭਗਤ ਹੀ ਕਰਦੇ ਨੇ, ਭਗਤ ਕਰਦੇ ਨੇ। ਉਹ ਤਾਂ ਦੁੱਖ ਦੇ ਵਿੱਚ ਵੀ ਉਹਦੇ ਗੁਣ ਗਾਇਨ ਕਰਦੇ ਨੇ, ਦੁੱਖ ਵਿੱਚ ਤਾਂ ਗੁਣ ਗਾਇਨ ਕਰਦੇ ਨੇ। ਸੱਚੇ ਪਾਤਸ਼ਾਹ ਸ਼ੁਕਰ ਹੈ
ਤੂੰ ਮੈਨੂੰ ਦੁੱਖ ਦਿੱਤਾ ਅਤੇ ਮੈਨੂੰ ਚੇਤੇ ਆ ਗਿਆ, ਨਹੀਂ ਤਾਂ ਮੈਂ ਤਾਂ ਭੁੱਲਾ ਹੋਇਆ ਸੀਗਾ। ਦੁੱਖ ਰੱਬ ਚੇਤੇ ਕਰਾ ਦਿੰਦਾ ਨਾ, ਦੁੱਖ ਸਾਨੂੰ ਸਿਮਰਨ ਚੇਤੇ ਕਰਾਉਂਦਾ ਹੈ। ਸੋ ਗੁਣ ਉਸੇ ਦੇ ਹੀ ਗਾਉਣੇ ਨੇ, ਦੁੱਖ ਹੋਵੇ ਸੁੱਖ ਹੋਵੇ। ਨਾ ਆਪਣੇ ਗੁਣ ਗਾਉਣੇ ਨੇ, ਨਾ ਕਿਸੇ ਬੰਦੇ ਦੇ ਗੁਣ ਗਾਉਣੇ ਨੇ। ਸੋ ਜਿਨ੍ਹਾਂ ਨੂੰ ਵੰਦਨਾ ਕਰਨੀ ਆ ਗਈ ਉਹ ਫਿਰ ਰੱਬ ਦੇ ਹੀ ਗੁਣ ਗਾਉਂਦੇ ਨੇ ਅਤੇ ਰੱਬ ਦੇ ਅੱਗੇ ਹੀ ਗਾਉਂਦੇ ਨੇ, ਹੋਰ ਨਹੀਂ ਕਿਸੇ ਦੇ ਅੱਗੇ। ਰਾਓ ਵੱਡਾ ਭਾਗ ਭੇਟੇ ਗੁਰ ਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਗੁਰਦੇਵਾ ਗਿਆਨ ਦੇਣੇ ਵਾਲਾ, ਸੋਝੀ ਦੇਣੇ ਵਾਲਾ। ਗੁਰਦੇਵ ਜੋ ਦਾਤਾਂ ਦਿੰਦਾ, ਗਿਆਨ ਦੀ ਸੋਝੀ ਕਰਾਉਂਦਾ ਹੈ, ਚਾਨਣ ਦਿੰਦਾ, ਅਕਲ ਦਿੰਦਾ ਸਾਨੂੰ। ਗੁਰਦੇਵ ਸਭ ਤੋਂ ਵੱਡਾ ਦੇਵਤਾ। ਗੁਰ ਵੱਡੇ ਨੂੰ ਵੀ ਕਹਿੰਦੇ ਨੇ, ਗੁਰ ਜੁਗਤੀ ਨੂੰ ਵੀ ਕਹਿੰਦੇ ਨੇ, ਗੁਰ ਹਨੇਰੇ 'ਚ ਪ੍ਰਕਾਸ਼ ਕਰਨੇ ਵਾਲੇ ਨੂੰ ਕਹਿੰਦੇ ਨੇ। ਸਭ ਤੋਂ ਵੱਡਾ ਦੇਵਤਾ ਕੌਣ ਹੈ? ਪਰਮਾਤਮਾ, ਪਰਮੇਸ਼ਰ, ਸਤਿਗੁਰੂ। ਸਤਿਗੁਰੂ ਜੀ ਦੇਵਤਿਆਂ ਦੇ ਦੇਵਤੇ। ਵੱਡੇ ਭਾਗ ਭੇਟੇ ਗੁਰਦੇਵਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਭੇਟ ਵੱਡਿਆਂ ਭਾਗਾਂ ਦੇ ਨਾਲ ਹੁੰਦੀ ਹੈ। ਵੱਡੇ ਭਾਗ ਭੇਟੇ ਗੁਰਦੇਵਾ, ਗਿਆਨ ਦਾ ਪ੍ਰਕਾਸ਼। ਗੁਰਦੇਵ ਗਿਆਨ ਦਾ ਪ੍ਰਕਾਸ਼, ਗਿਆਨ ਦਾ ਚਾਨਣ। ਮਹਾਰਾਜ ਕਹਿੰਦੇ ਗੁਰਬਾਣੀ ਇਸ ਜਗ ਮੈਂ ਚਾਨਣ। ਗੁਰਬਾਣੀ ਚਾਨਣ ਤਾਂ ਹੈ, ਪਰ ਕਰਮ ਵਸੇ ਮਨਿਆਏ। ਸਾਰਿਆਂ ਦੇ ਅੰਦਰ ਥੋੜ੍ਹੀ ਚਾਨਣ ਹੁੰਦਾ। ਅਤੇ ਪੜ੍ਹ ਪੜ੍ਹ ਗੱਡੀ ਲੱਦੀ ਆ, ਪੜ੍ਹ ਪੜ੍ਹ ਭਰੀਆ ਸਾਥ, ਪੜ੍ਹ ਪੜ੍ਹ ਬੇੜੀ ਪਾਈਆ, ਪੜ੍ਹ ਪੜ੍ਹ ਗੱਡੀਆਂ ਖਾਤ ਬੜੇ ਨੇ। ਕੇਵਲ ਸੋ ਪੜ੍ਹਨਾ ਹੀ ਪੜ੍ਹਨਾ ਹੈ ਬਸ, ਚਾਨਣ ਨਹੀਂ ਹੋਇਆ, ਚਾਨਣ ਨਹੀਂ ਹੋਇਆ। ਵੱਡੇ ਭਾਗ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਚਾਨਣ ਹੁੰਦਾ ਗੁਰਬਾਣੀ ਦਾ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨਿ ਆਏ। ਜਿਨ੍ਹਾਂ ਦੇ ਅੰਦਰ ਗੁਰਬਾਣੀ ਦਾ ਵਾਸਾ ਹੋਵੇਗਾ ਉਹਨਾਂ ਦੇ ਅੰਦਰ ਚਾਨਣ ਹੋਵੇਗਾ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰਬਾਣੀ ਦਾ ਵਾਸਾ ਨਹੀਂ ਹੋਇਆ ਉਹ ਕਿਵੇਂ ਚਾਨਣ ਹੋਵੇਗਾ? ਇੱਥੇ ਵੀ ਮਹਾਰਾਜ ਇਹੀ ਕਹਿੰਦੇ ਵੱਡੇ ਭਾਗ ਭੇਟੇ ਗੁਰਦੇਵ। ਵੱਡਿਆਂ ਭਾਗਾਂ ਦੇ ਨਾਲ ਗੁਰਬਾਣੀ ਦੇ ਗਿਆਨ ਦਾ ਚਾਨਣ ਹੁੰਦਾ। ਗੁਰਦੇਵ ਦੇ ਨਾਲ ਭੇਟ ਹੁੰਦੀ ਹੈ, ਭਾਵ ਸੋਝੀ ਮਿਲਦੀ ਹੈ। ਕੋਟ ਅਪਰਾਧ ਮਿਟੇ ਹਰ ਸੇਵਾ। ਸਾਨੂੰ ਪਤਾ ਹੀ ਨਹੀਂ ਵੀ ਅਸੀਂ ਕਿੰਨੇ ਕੁ ਅਪਰਾਧ ਕਰਦੇ ਪਏ। ਅਸੀਂ ਨਿਆਣੀ ਮੱਤ ਵਾਲੇ ਕਦੀ ਆਪਣੇ ਅਪਰਾਧਾਂ ਨੂੰ ਨਹੀਂ ਤੱਕਿਆ ਵੀ ਅਸੀਂ ਕਿੰਨੇ ਕੁ ਅਪਰਾਧੀ ਹਾਂ। ਮਹਾਰਾਜ ਦੀ ਬਾਣੀ ਨੂੰ ਅਸੀਂ ਮੰਨਦੇ ਵੀ ਸਤਿਗੁਰੂ ਹੈ, ਰੱਬ ਹੈ, ਪਰਮੇਸ਼ਰ ਹੈ। ਅਤੇ ਬਾਣੀ ਵਿੱਚ ਜ਼ਿਕਰ ਆਉਂਦਾ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ। ਅਤੇ ਬੰਦਾ ਕਹਿੰਦਾ ਮੈਂ ਤਾਂ ਨਹੀਂ ਭੁੱਲਦਾ ਤਾਂ ਦੂਸਰਾ ਭੁੱਲਦਾ। ਮੈਂ ਨਹੀਂ ਗਲਤੀ ਕਰਦਾ, ਦੂਸਰਾ ਗਲਤੀ ਕਰਦਾ। ਮੇਰੀ ਮਰਜ਼ਾਦਾ ਮਰਜ਼ਾਦਾ, ਦੂਸਰੇ ਦੀ ਮਰਜ਼ਾਦਾ ਪਖੰਡ। ਸੋ ਬੰਦਾ ਇੱਦਾਂ ਦਾ ਹੈ। ਸੋ ਕਰਮ ਧਰਮ ਦੇ ਵਿੱਚ ਤਾਂ ਬੜਾ ਦ੍ਰਿੜ ਹੈ। ਕਰਮ ਧਰਮ ਗੁਰੂ ਦੇ ਨਾਲ ਭੇਟ ਨਹੀਂ ਹੈ, ਗੁਰਬਾਣੀ ਦਾ ਚਾਨਣ ਨਹੀਂ ਹੈ। ਜਿਹੜੇ ਧਾਰਮਿਕ ਕਰਮ ਨੇ, ਧਾਰਮਿਕ ਕਰਮ, ਇਹਨਾਂ ਨੂੰ ਸੋ ਬੜੀ ਬਹੁਤ ਤਨਦੇਹੀ ਨਾਲ ਨਿਭਾ ਰਿਹਾ ਵੀ ਕਿਤੇ ਕੋਈ ਗਲਤੀ ਨਾ ਰਹਿ ਜਾਵੇ। ਪਰ ਅੰਤਰਾਤਮੇ ਗੁਰੂ ਦੇ ਨਾਲ ਕੋਈ ਭੇਟ ਨਹੀਂ ਹੈ। ਅੰਤਰਾਤਮੇ ਗੁਰੂ ਦੇ ਨਾਲ ਭੇਟ ਹੋਣੀ ਬੜੀ ਜ਼ਰੂਰੀ। ਉਹ ਤਾਂ ਹੋਵੇਗੀ ਜੇ ਮੰਨੇਗਾ ਵੀ ਅਸੀਂ ਅਪਰਾਧੀ ਹਾਂ। ਜੇ ਚਲੋ ਮੰਨਿਆ ਹੱਥਾਂ ਪੈਰਾਂ ਕਰਕੇ ਅਪਰਾਧ ਨਹੀਂ ਕੀਤਾ, ਸੋਚ ਦੇ ਨਾਲ ਤਾਂ ਅਪਰਾਧ ਹੋ ਹੀ ਜਾਂਦਾ। ਜੇ ਆਪਣੀ ਸੋਚ 'ਤੇ ਮਾੜਾ ਜਿਹਾ ਪਹਿਰਾ ਲਾ ਕੇ ਵੇਖ ਲਵੋ। ਜੇ ਸੋਚ ਰਿਵਰਸ ਕਰਨੀ ਆਉਂਦੀ, ਰਿਵਰਸ ਕਰਕੇ ਦੇਖ ਲਓ। ਕਿਸੇ ਦਾ ਬੁਰਾ ਸੋਚਿਆ ਕਿਸੇ ਕਿਸਮ ਦੇ ਵਿੱਚ ਵੀ ਅਪਰਾਧ ਹੈ। ਹੁਕਮ ਨੂੰ ਸਵੀਕਾਰ ਨਾ ਕੀਤਾ ਅਪਰਾਧ ਹੈ। ਸੋ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੇ ਅਪਰਾਧ, ਕਿੰਨੇ ਕੁ ਅਸੀਂ ਹਰ ਰੋਜ਼ ਕਰਦੇ ਹਾਂ। ਇੱਕ ਸਾਹ ਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਅਪਰਾਧ ਹੋ ਜਾਂਦੇ ਨੇ। ਜਿਹਦਾ ਮਨ ਹੈ ਇੱਕ ਸਾਹ ਦੇ ਵਿੱਚ ਕਿੱਡੀ ਸਪੀਡ ਦੇ ਨਾਲ ਦੌੜ ਜਾਂਦਾ। ਸਾਡੀ ਸੋਚ ਵੀ ਇੱਦਾਂ ਹੀ ਹੈ, ਇੱਕ ਸਾਹ ਦੇ ਨਾਲ ਕਿੰਨਾ ਕਿੰਨਾ ਸੋਚ ਲੈਂਦੀ ਹੈ। ਇਸ ਕਰਕੇ ਕਰੋੜਾਂ ਅਪਰਾਧ ਦੀ ਗੱਲ ਹੈ।
ਮਹਾਰਾਜ ਕਹਿੰਦੇ ਕਰੋੜਾਂ ਅਪਰਾਧ ਜਿਹੜੇ ਤੂੰ ਸੋਚੇ, ਉਹਦੇ 84 ਲੱਖ ਜੂਨਾਂ ਵਿੱਚ ਵੀ ਅਪਰਾਧ। ਸੋ ਇੱਥੇ ਜਦੋਂ ਦਾ ਜਨਮ ਲਿਆ ਅਪਰਾਧ, ਮਨੁੱਖਾ ਜਨਮ ਤਾਂ ਮਿਲਿਆ ਸੀਗਾ ਵੀ ਗਾਹਾਂ ਤੋਂ ਅਪਰਾਧ ਹੋਵੇ ਨਾ, ਜਿਹੜੇ ਪਿਛਲੇ ਅਪਰਾਧ ਹੋਏ ਨੇ ਉਹਨਾਂ ਨੂੰ ਬਖਸ਼ਾ ਲਈਏ। ਪਿਛਲੇ ਦਾ ਕੀ ਬਖਸ਼ਾਉਣੇ ਸੀ, ਅੱਗੋਂ ਤੋਂ ਫਿਰ ਅਪਰਾਧ ਕਰਨੇ ਸ਼ੁਰੂ ਕਰ ਦਿੱਤੇ। ਸੋ ਹੋਰ ਪੰਡ ਭਾਰੀ ਕਰਕੇ ਦਰਗਾਹ ਨੂੰ ਲੈ ਗਿਆ, ਹੋਰ ਪੰਡ ਭਾਰੀ ਕਰ ਲਏ। ਮਹਾਰਾਜ ਕਹਿੰਦੇ ਜਿਹੜੇ ਕਰੋੜਾਂ ਅਪਰਾਧ ਨੇ ਇਹਨਾਂ ਨੂੰ ਮਿਟਾਉਣ ਦਾ ਇੱਕੋ ਹੀ ਤਰੀਕਾ, ਕੋਟ ਅਪਰਾਧ ਮਿਟੇ ਹਰ ਸੇਵਾ। ਪਰਮਾਤਮਾ ਪਰਮੇਸ਼ਰ ਦੀ ਸੇਵਾ ਦੇ ਨਾਲ ਹੀ ਅਪਰਾਧ ਮਿਟਦੇ ਨੇ। ਹਰੀ ਦੀ ਸੇਵਾ ਕੀ ਹੈ? ਹੁਣ ਸੇਵਾ ਦੇ ਵਿੱਚ ਤਾਂ ਅਸੀਂ ਹੀ ਮੰਨਦੇ, ਜਦੋਂ ਅਸੀਂ ਹੱਥ ਵਿੱਚ ਝਾੜੂ ਫੜ ਕੇ ਸੋ ਝਾੜੂ ਮਾਰੀਏ, ਲੰਗਰ ਵਿੱਚ ਜਾ ਕੇ ਲੰਗਰਾਂ ਦੀ ਸੇਵਾ ਕਰੀਏ, ਸੋ ਹੱਥੀਂ ਕੋਈ ਕੰਮ ਕਰੀਏ, ਉਹਨੂੰ ਸੇਵਾ ਅਸੀਂ ਮੰਨਦੇ ਹਾਂ। ਸੇਵਾ ਦਾ ਇੱਕੋ ਹੀ ਅੰਗ ਥੋੜ੍ਹੀ ਹੈ ਕਿਤੇ, ਸੇਵਾ ਦਾ ਇੱਕੋ ਹੀ ਅੰਗ ਥੋੜ੍ਹੀ ਹੈ। ਹੱਥਾਂ ਪੈਰਾਂ ਦੇ ਨਾਲ ਜੇ ਸੇਵਾ ਕੀਤੀ, ਉਹ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕਿਹੜੀ ਸੇਵਾ ਕੀਤੀ? ਹੱਥਾਂ ਪੈਰਾਂ ਵਾਲੀ ਸੇਵਾ ਕਿਉਂ ਕੀਤੀ? ਗੁਰੂ ਹਰਿਰਾਏ ਸਾਹਿਬ ਜੀ, ਬਾਕੀ ਗੁਰੂ ਸਾਹਿਬਾਨਾਂ ਨੇ ਕਿਹੜੀ ਸੇਵਾ ਹੱਥਾਂ ਪੈਰਾਂ ਨਾਲ ਕੀਤੀ ਹੈ? ਸੋ ਸਭ ਤੋਂ ਵੱਡੀ ਸੇਵਾ ਹਰੀ ਦੀ ਸੇਵਾ ਆ। ਚਲੋ ਅਸੀਂ ਕਹਿੰਦੇ ਵੀ ਸੰਗਤ ਦੀ ਸੇਵਾ ਜਿਹੜੀ ਉਹੀ ਰੂਪ ਹੈ, ਉਹਦਾ ਰੂਪ ਆ ਨਾ। ਸੰਗਤ ਰੱਬ ਦਾ ਰੂਪ ਸਮਝ ਕੇ ਸੇਵਾ ਕਰਦੇ ਆ, ਅਤੇ ਜਿਹੜੇ ਡਾਇਰੈਕਟਲੀ ਰੱਬ ਦੀ ਸੇਵਾ ਕਰਦੇ ਨੇ, ਜਿਨ੍ਹਾਂ ਤੋਂ ਪ੍ਰਮਾਤਮਾ ਪਰਮੇਸ਼ਰ ਡਾਇਰੈਕਟ ਆਪਣੀ ਸੇਵਾ ਲੈ ਰਿਹਾ, ਫਿਰ ਉਹ ਸੇਵਾ ਉੱਤੋਂ ਹੋਈ ਨਾ। ਸੋ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਗੁਰਬਾਣੀ ਦੇ ਗਿਆਨ ਦੀ। ਇਹ ਹੈ ਹਰੀ ਦੀ ਸੇਵਾ। ਆਪਣੇ ਆਪ ਨੂੰ ਸਮਝਾਉਣਾ, ਅਤੇ ਜਿਹੜਾ ਸਮਝ ਲੈਣ ਦਾ ਚਾਹਵਾਨ ਹੋਵੇ, ਸੋ ਜਿਹੜਾ ਚਾਹਵਾਨ ਹੈ, ਜਿਹਨੂੰ ਦੁੱਖ ਹੋਵੇਗਾ ਉਹੀ ਡਾਕਟਰ ਦੇ ਜਾਵੇਗਾ, ਤਕਲੀਫ ਹੈ ਤਾਂ ਹੀ ਡਾਕਟਰ ਦੇ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਸੰਸਾਰ ਦੇ ਦੁੱਖਾਂ ਤੋਂ ਘਬਰਾ ਗਿਆ, ਤੋਬਾ ਕਰ ਗਿਆ, ਤਰਾਹ ਕਰਦਾ ਪਿਆ ਵੀ ਸੰਸਾਰ ਦੇ ਦੁੱਖ ਬੋਝਲ ਬਣਦੇ ਜਾ ਰਹੇ ਨੇ, ਫਿਰ ਉਹਨੂੰ ਗੁਰਬਾਣੀ ਦੇ ਗਿਆਨ ਦੇ ਨਾਲ ਸ਼ਾਂਤ ਕਰਨਾ ਸਭ ਤੋਂ ਵੱਡੀ ਸੇਵਾ। ਗੁਰਬਾਣੀ ਦੇ ਗਿਆਨ ਨੂੰ ਸਮਝਣਾ ਅਤੇ ਸਮਝਾਉਣਾ ਹਰੀ ਦੀ ਸੇਵਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਇੱਕ ਬੰਦਾ ਕਰ ਲੂ, 2 ਜਾਣੇ ਕਰ ਲੈਣਗੇ, ਚੱਲ 5 ਜਾਣੇ ਕਰ ਲੈਣਗੇ, ਫਿਰ ਕਿੰਨੀ ਕੁ ਸੇਵਾ, ਕਿੱਡੀ ਵੱਡੀ ਸੇਵਾ। ਹੁਣ ਜਿਹੜਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਬਾਣੀ ਦਾ ਗਿਆਨ ਹੈ, ਇਹ ਵੱਡੀ ਸੇਵਾ ਆ। ਇਹਨੂੰ ਚੰਗੀ ਤਰ੍ਹਾਂ ਸਮਝਣਾ ਅਤੇ ਸਮਝਾਉਣਾ ਸਭ ਤੋਂ ਵੱਡੀ ਸੇਵਾ ਹਰੀ ਦੀ ਇਹ ਹੈ। ਇਹਨੂੰ ਕਹਿੰਦੇ ਹਰ ਕੀ ਸੇਵਾ। ਇਹਦੇ ਨਾਲ ਕਰੋੜਾਂ ਅਪਰਾਧ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਮਿਟੇ ਦਾ ਅਰਥ ਹੁੰਦਾ ਨੇਸ਼ਟ ਨਬੂਦ ਹੋ ਗਏ, ਖਤਮ ਹੋ ਗਏ। ਚਰਨ ਕਮਲ ਜਾ ਕਾ ਮਨ ਰਾਪੈ। ਰਾਪੈ ਹੁੰਦਾ ਰੰਗਿਆ ਜਾਣਾ। ਰਾਪੈ ਜਿਸ ਦਾ ਮਨ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਨਾਲ ਰੰਗਿਆ ਜਾਂਦਾ ਹੈ। ਚਰਨ ਕਮਲ ਗੁਰਬਾਣੀ ਦਾ ਗਿਆਨ। ਸ਼ਬਦਾਂ ਨੂੰ ਚਰਨ ਕਮਲ ਕਹਿਤਾ, ਸ਼ਬਦ ਚਰਨ ਕਮਲ ਨੇ। ਯਾਰ ਗੁਰੂ ਦੀ ਮੂਰਤੀ ਹੀ ਗੁਰ ਸ਼ਬਦ ਹੈ, ਅਤੇ ਚਰਨ ਕਮਲ ਵੀ ਤਾਂ ਸ਼ਬਦ ਹੀ ਹੈ। ਸੋ ਜਿਸ ਦਾ ਮਨ ਸ਼ਬਦ ਦੇ ਨਾਲ ਰੰਗਿਆ ਜਾਂਦਾ ਹੈ, ਸੋਗ ਅਗਨ ਤਿਸ ਜਨ ਨਾ ਵਿਆਪੈ। ਸੋਗ ਅਗਨ। ਸੋ ਜਦੋਂ ਮਨ ਤਪਦਾ ਹੈ ਨਾ, ਕੋਈ ਦੁੱਖ ਹੋਵੇ, ਸੋਗ ਪੈ ਜਾਵੇ, ਕਿਸੇ ਕਿਸਮ ਦਾ ਕੋਈ ਚਿੰਤਾ ਲੱਗ ਜਾਵੇ, ਚਿੰਤਾ ਅੱਗ ਹੈ, ਸੋਗ ਅੱਗ ਹੈ, ਸੋਗ ਅਗਨ। ਸੋ ਸਾਰਾ ਸੰਸਾਰ ਸੋਗ ਅਗਨ ਦੇ ਨਾਲ ਸੜਦਾ ਪਿਆ ਹੈ। ਕਿਸੇ ਨੂੰ ਕੋਈ ਸੋਗ ਹੈ, ਸੋਗ ਜਿਹੜਾ ਮਨ 'ਤੇ ਅਸਰ ਕਰਦਾ ਹੈ, ਚਿੰਤਾ, ਸੋਗ। ਸੋਗ ਅਗਨ ਦੇ ਨਾਲ ਸੰਸਾਰ ਸਾਰਾ ਸੜਦਾ ਆ, ਬਲਦਾ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਇਹ ਸੋਗ ਅਗਨ ਉਸ ਨੂੰ ਨਹੀਂ ਵਿਆਪਦਾ ਜਿਸ ਦਾ ਮਨ ਚਰਨਾਂ ਕਮਲਾਂ ਦੇ ਵਿੱਚ ਰੰਗਿਆ ਜਾਂਦਾ, ਸ਼ਬਦ ਦੇ ਨਾਲ ਜਿਹੜਾ ਇੱਕਮਿਕ ਹੋ ਗਿਆ। ਸਾਗਰ ਤਰਿਆ ਸਾਧੂ ਸੰਗੇ।
ਸੰਸਾਰ ਇੱਕ ਸਾਗਰ ਹੈ, ਸਮੁੰਦਰ ਹੈ। ਸੋ ਪਾਣੀ ਇੱਥੇ ਵਿਕਾਰਾਂ ਦਾ ਹੈ। ਵਿਕਾਰ ਸੰਸ਼ੇ ਮੈਂ, ਇਹ ਸਾਗਰ ਜਿਹੜਾ ਆ, ਸੋ ਇਹਦੇ 'ਚ ਵਿਕਾਰਾਂ ਦਾ, ਸੰਸ਼ਿਆਂ ਦਾ ਪਾਣੀ ਆ। ਤਰਿਓ ਬ੍ਰਹਮ ਗਿਆਨੀ, ਸਾਧੂ ਸੰਗੇ, ਗੁਰੂ ਦੇ ਨਾਲ ਸੰਗਤ ਕਰਕੇ ਹੀ ਇਸ ਸੰਸਾਰ ਸਮੁੰਦਰ ਨੂੰ ਪਾਰ ਕੀਤਾ ਜਾ ਸਕਦਾ ਹੈ। ਨਿਰਭਉ ਨਾਮ ਜਪੋ ਹਰ ਰੰਗੇ, ਜਿਹੜਾ ਨਾਮ ਹੈ ਉਹ ਨਿਰਭਉ ਕਰ ਦਿੰਦਾ। ਨਿਰਭਉ, ਜਿੰਨਾ ਚਿਕਰ ਅਸੀਂ ਭੈ ਤੋਂ ਮੁਕਤ ਨਹੀਂ ਹੁੰਦੇ, ਉਨਾ ਚਿਕਰ ਹਰੀ ਦੇ ਰੰਗ ਦੇ ਵਿੱਚ ਨਹੀਂ ਰੰਗੇ ਜਾ ਸਕਦੇ। ਸੋ ਸਭ ਤੋਂ ਪਹਿਲੋਂ ਗੁਰੂ ਸਾਨੂੰ ਭੈ ਤੋਂ ਮੁਕਤ ਕਰਦਾ ਹੈ। ਕਿਸੇ ਕਿਸਮ ਦਾ ਗੁਰੂ ਭੈ ਨਹੀਂ ਰਹਿਣ ਦਿੰਦਾ। ਗੁਰਬਾਣੀ ਭੈ ਤੋਂ ਮੁਕਤ ਕਰ ਦਿੰਦੀ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਜਿਹੜਾ ਵੀ ਨਿਰਭਉ ਦੇ ਨਾਮ ਨੂੰ ਜਪਦਾ ਹੈ, ਉਹੀ ਹਰੀ ਦੇ ਰੰਗ ਦੇ ਵਿੱਚ ਰੰਗਿਆ ਜਾਂਦਾ। ਮਹਾਰਾਜ ਕਹਿੰਦੇ ਇੱਕਦਮ ਇੱਕ ਛਿਣ ਵਿੱਚ ਪ੍ਰਾਣੀ ਨਿਰਭਉ ਹੋ ਜਾਂਦਾ, ਇੱਕ ਛਿਣ ਵਿੱਚ। ਉਹ ਕਿਵੇਂ? ਕਹਿੰਦੇ ਜਦੋਂ ਹਰੀ ਦੇ ਰੰਗ ਵਿੱਚ ਰੰਗ ਹੋ ਕਰਕੇ ਨਾਮ ਨੂੰ ਜਪਦਾ, ਇੱਕ ਛਿਣ ਵਿੱਚ ਨਿਰਭਉ ਹੋ ਜਾਂਦਾ ਹੈ। ਪਰ ਧਨ ਦੁਖ ਕਿਛ ਪਾਪ ਨਾ ਫੇੜੇ। ਪਰਾਇਆ ਧਨ ਤੇ ਦੋਖ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨੂੰ ਦੋਖ ਮੰਨਿਆ ਜਾਂਦਾ ਹੈ। ਉਂਝ ਦੋਖ ਹੁੰਦਾ ਜਿਹੜਾ ਜਿਹਦੇ ਤੋਂ ਦੁੱਖ ਪ੍ਰਾਪਤ ਹੋਵੇ, ਦੋ ਦੋਖ ਹੀ ਹੈ। ਉਂਝ ਤਾਂ ਪੰਜ ਮੰਨੇ ਨੇ ਨਾ, ਸ਼ਬਦ ਸਪਰਸ਼ ਰੂਪ ਰਸ ਗੰਧ ਹੈ, ਪਰ ਪਤਾ ਨਹੀਂ ਕਿੰਨੇ ਕੁ ਦੋਖ ਨੇ। ਜਿਹਦੇ ਨਾਲ ਮਨ ਨੂੰ ਦੁੱਖ ਪਹੁੰਚੇ, ਦੁੱਖ ਹੋ ਗਿਆ। ਪਰ ਧਨ, ਪਰਾਇਆ ਧਨ ਸਾਰਾ ਹੀ ਦੋਖ ਹੈ। ਇਹਦੇ ਨਾਲ ਦੁੱਖ ਹੀ ਦੁੱਖ ਮਿਲਦਾ। ਕਿਛ ਪਾਪ ਨਾ ਫੇੜੇ, ਪਰ ਬੰਦਾ ਸੋ ਸਭ ਤੋਂ ਵੱਡਾ ਕਰਮ ਜਿਹੜਾ ਕਰਦਾ ਕਿ ਪਤਾ ਨਹੀਂ ਕਿੰਨੇ ਕੁ ਪਾਪ ਕਰਦਾ, ਅਤੇ ਪਰ ਧਨ, ਪਰਾਏ ਧਨ ਨੂੰ ਚਰਾਉਂਦਾ। ਪਰਾਏ ਧਨ 'ਤੇ ਦੀ ਨਿਗਾਹ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਪਾਪ ਫਿਰ ਕਰਦਾ ਹੀ ਨਹੀਂ ਹੈ, ਇਹ ਪਾਪ ਇਸ ਨੂੰ ਲੱਗਦੇ ਹੀ ਨਹੀਂ ਹੈ। ਪਾਪਾਂ ਵਾਲੀ ਬਿਰਤੀ ਨਹੀਂ ਦੀ, ਪਰਾਏ ਧਨ ਵੱਲ ਨੂੰ ਇਹ ਜਾਂਦਾ ਹੀ ਨਹੀਂ ਹੈ। ਜਮ ਜੰਦਾਰ ਨਾ ਆਵੇ ਨੇੜੇ। ਜਦ ਪਾਪ ਹੀ ਨਹੀਂ ਕੀਤਾ ਤੇ ਜਮ ਕਿਉਂ ਆਵੇਗਾ? ਜੰਦਾਰ, ਉਹਨੂੰ ਜੰਦਾਰ ਕਿਹਾ ਜਾਂਦਾ, ਜਿੰਦ ਦਾ ਵੈਰੀ। ਜਿੰਦ ਨੂੰ ਕੱਢਦਾ, ਜਿੰਦ ਨਾਲ ਫਿਰ ਲਿਹਾਜ਼ ਥੋੜ੍ਹੀ ਕਰਦਾ ਜਮ। ਜਿੰਦ ਨਾਲ ਕੋਈ ਲਿਹਾਜ਼ ਨਹੀਂ ਕਰਦਾ, ਜਿੰਦ ਦਾ ਵੈਰੀ ਜੂਆ ਕਹਿੰਦੇ, ਪਰ ਉਹ ਨੇੜੇ ਵੀ ਨਹੀਂ ਆਉਂਦਾ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਜਿਹੜੀ ਤ੍ਰਿਸ਼ਨਾ ਦੀ ਅੱਗ ਲਟਾ ਲਟ ਬਲਦੀ ਪਈ ਸੀ, ਪ੍ਰਮਾਤਮਾ ਪਰਮੇਸ਼ਰ ਨੇ ਆਪ ਮਿਹਰ ਕੀਤੀ, ਨਾਮ ਦਾ ਜਲ ਪਾਇਆ। ਬਸ ਜਦੋਂ ਉਹਨੇ ਨਾਮ ਦਾ ਜਲ ਪਾਇਆ, ਉਹ ਤ੍ਰਿਸ਼ਨਾ ਦੀ ਅੱਗ ਬੁਝ ਗਈ। ਤ੍ਰਿਸ਼ਨਾ ਦੀ ਅੱਗ ਜਦੋਂ ਬੁਝਣੀ ਹੈ, ਨਾਮ ਦੇ ਜਲ ਦੇ ਨਾਲ ਹੀ ਬੁਝਣੀ ਆ, ਉਂਝ ਨਹੀਂ ਬੁਝ ਸਕਦੀ। ਪਰਮਾਤਮਾ ਨੇ ਮਿਹਰ ਕਿਰਪਾ ਕਰ ਦਿੱਤੀ, ਇਹ ਅੱਗ ਬੁਝਾ ਦਿੱਤੀ ਮੇਰੀ। ਨਾਨਕ ਉਦਰੇ ਪ੍ਰਭ ਸ਼ਰਣਾਈ। ਪਰਮਾਤਮਾ ਪਰਮੇਸ਼ਰ ਦੀ ਸ਼ਰਨ ਵਿੱਚ ਆ ਕੇ ਹੀ ਇਸ ਸੰਸਾਰ ਤੋਂ ਪਾਰ ਉਤਾਰਾ ਹੁੰਦਾ। ਉਹਦੀ ਸ਼ਰਨ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋ ਸਕਦਾ। ਸੋ ਜਿਹੜੇ ਪਾਰ ਬ੍ਰਹਮ ਪਰਮੇਸ਼ਰ ਦੀ, ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਜਾਂਦੇ ਨੇ, ਉਹਨਾਂ ਦਾ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ। ਧਨਾਸਰੀ ਮਹਲਾ ਪੰਜਵਾਂ। ਤ੍ਰਿਪਤ ਪਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਗੁਰਬਾਣੀ ਦਾ ਜਿਹੜਾ ਗਿਆਨ ਇਹ ਸੱਚ ਦਾ ਭੋਜਨ ਹੈ। ਜਿਹਨੂੰ ਇਹ ਭੋਜਨ ਖਾਣਾ ਆ ਜਾਂਦਾ, ਪਹਿਲਾਂ ਤਾਂ ਭੋਜਨ ਤਿਆਰ ਕਰਨਾ, ਤਿਆਰ ਕਿੱਦਾਂ ਕਰੀਦਾ ਸਮਝਣਾ, ਆਪਣੇ ਆਪ ਨੂੰ ਸਮਝਾਉਣਾ, ਗੁਰਬਾਣੀ ਨੂੰ ਸਮਝ ਜਾਣਾ, ਇਹ ਭੋਜਨ ਤਿਆਰ ਕੀਤਾ। ਫਿਰ ਉਹਨੂੰ ਹਜ਼ਮ ਕਰਨਾ। ਖਾਣਾ ਹੁੰਦਾ ਵੀ ਗੁਰਬਾਣੀ ਨੂੰ ਸਮਝ ਕੇ ਹੱਡੀ ਹੰਡਾਉਣਾ। ਜਿਨ੍ਹਾਂ ਗੱਲਾਂ ਦਾ ਤਿਆਗ ਕਰਨ ਵਾਸਤੇ ਗੁਰਬਾਣੀ ਕਹਿੰਦੀ ਹੈ, ਉਹਨਾਂ ਗੱਲਾਂ ਦਾ ਤਿਆਗ ਕਰ ਦੇਣਾ, ਅਤੇ ਜਿਨ੍ਹਾਂ ਗੱਲਾਂ ਨੂੰ ਅਪਣਾਉਣ ਨੂੰ ਕਹਿੰਦੀ, ਜਿਹੜੇ ਕਰਮ ਕਰਨ ਨੂੰ ਕਹਿੰਦੀ, ਉਹ ਕਰਮ ਕਰਨੇ। ਭੋਜਨ ਖਾਣਾ ਹੋ ਜਾਂਦਾ। ਫਿਰ ਉਹਨੂੰ ਹਜ਼ਮ ਕਰਨਾ ਜੀ। ਭੋਜਨ ਹਜ਼ਮ ਵੀ ਨਹੀਂ ਹੁੰਦਾ ਨਾ, ਭੋਜਨ ਹਜ਼ਮ ਕਰਨਾ ਬੜਾ ਜ਼ਰੂਰੀ ਹੈ।
ਫਿਰ ਤ੍ਰਿਪਤੀ ਹੁੰਦੀ ਹੈ, ਫਿਰ ਦੁਨਿਆਵੀ ਪਦਾਰਥਾਂ ਦੀ ਉਹਦੀ ਕੋਈ ਲਾਲਸਾ ਕਿਸੇ ਕਿਸਮ ਦੀ ਨਹੀਂ ਰਹਿ ਜਾਂਦੀ। ਕਹਿੰਦੇ ਮਨ ਤਨ ਰਸਨ ਨਾਮ ਧਿਆਇਆ, ਉਹ ਫਿਰ ਮਨ ਕਰਕੇ ਤਨ ਕਰਕੇ ਰਸਨਾ ਦੇ ਨਾਲ ਨਾਮ ਨੂੰ ਧਿਆਉਂਦਾ। ਇਹ ਭੋਜਨ ਤਿਆਰ ਵੀ ਉਦੋਂ ਹੁੰਦਾ ਜਦੋਂ ਮਨ ਤਨ ਇਕੱਠੇ ਹੋ ਕੇ ਭੋਜਨ ਤਿਆਰ ਕਰਦੇ ਨੇ। ਜੇ ਮਨ ਕਿਤੇ ਹੋਰ ਹੈ ਅਤੇ ਜੀਭਾ ਜੱਪੀ ਜਾਂਦੀ ਪੜ੍ਹੀ ਜਾਂਦੀ ਹੈ, ਫਿਰ ਭੋਜਨ ਨਹੀਂ ਤਿਆਰ ਹੋ ਸਕਦਾ। ਜਦੋਂ ਮਨ ਜੀਭਾ ਦਾ ਸਾਥ ਦਿੰਦਾ, ਤਨ ਕਿਉਂਕਿ ਸਰੀਰ ਦਾ ਪਾਰਟ ਆ, ਜੀਭਾ ਸਰੀਰ ਦਾ ਪਾਰਟ, ਇਸ ਕਰਕੇ ਇਹਨੂੰ ਤਨ ਕਹਿ ਦਿੱਤਾ। ਜਦੋਂ ਅਸੀਂ ਰਸਨਾ ਦੇ ਨਾਲ ਬਾਣੀ ਪੜ੍ਹਦੇ ਹਾਂ ਅਤੇ ਮਨ ਉਹਦਾ ਸਾਥ ਦੇਵੇ, ਫਿਰ ਇਹ ਭੋਜਨ ਤਿਆਰ ਹੋ ਜਾਂਦਾ। ਕਹਿੰਦੇ ਜੀਵਨ ਹਰ ਜੀਵਨ, ਜੀਵਨ ਹਰ ਜਪ ਸਾਧ ਸੰਗ। ਸੋ ਅਸਲ ਜਿਹੜੀ ਜ਼ਿੰਦਗੀ ਹੈ ਉਹ ਹੈ ਗੁਰਬਾਣੀ ਦੇ ਵਿੱਚ ਜੀਵਣਾ, ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ, ਗੁਰਬਾਣੀ ਦੀ ਰੌਸ਼ਨੀ ਵਿੱਚ ਚੱਲਣਾ ਅਸਲ ਜੀਵਨ ਹੈ। ਖਾ ਲਿਆ, ਪੀ ਲਿਆ, ਸੌਂ ਲਿਆ, ਹੱਸ ਲਿਆ, ਖੇਡ ਲਿਆ, ਬੱਚੇ ਪੈਦਾ ਹੋ ਗਏ, ਉਹਨਾਂ ਦੀ ਪਰਵਰਿਸ਼ ਕਰ ਲਈ, ਇਹ ਕੋਈ ਜੀਵਨ ਥੋੜ੍ਹੀ ਹੈ। ਇਹ ਕੰਮ ਤਾਂ ਪਸ਼ੂ ਪਕਸ਼ੀ ਵੀ ਕਰਦੇ ਨੇ, ਉਹਨਾਂ ਦੇ ਵੀ ਪਰਿਵਾਰ, ਉਹਨਾਂ ਦੇ ਵੀ ਬੱਚੇ ਨੇ, ਉਹ ਵੀ ਘਰ ਬਣਾਉਂਦੇ ਨੇ। ਆ ਦੇਖ ਲਓ, ਆਲ੍ਹਣੇ ਬਣਾ ਰਹੇ ਨੇ ਦਰੱਖਤਾਂ 'ਤੇ, ਕਈ ਗੁਫਾਵਾਂ ਨੂੰ ਆਪਣਾ ਘਰ ਬਣਾਉਂਦੇ, ਮਾੜਾ ਮੋਟਾ ਬਣਾ ਰਹੇ ਨੇ। ਉਹਨਾਂ ਦੀ ਜਨਰੇਸ਼ਨ ਹੈ, ਉਹ ਵੀ ਖਾਂਦੇ ਪੀਂਦੇ ਨੇ, ਸੌਂਦੇ ਨੇ। ਕੋਈ ਜੀਵਨ ਥੋੜ੍ਹੀ। ਅਸਲ ਜੀਵਨ ਜਿਹੜਾ ਆ ਉਹ ਬੰਦਗੀ ਨੂੰ ਕਿਹਾ ਜਾਂਦਾ ਹੈ। ਜੇ ਮਨੁੱਖ ਬੰਦਗੀ ਨਹੀਂ ਕਰਦਾ, ਇਹਦਾ ਜੀਵਨ ਪਸ਼ੂਆਂ ਨਾਲੋਂ ਵੀ ਭੈੜਾ ਆ, ਪਸ਼ੂਆਂ ਨਾਲ ਵੀ ਭੈੜਾ। ਇਹ ਪਾਪ ਤਾਂ ਨਹੀਂ ਕਰਦਾ ਨਾ, ਆਪਣੀ ਰੋਜੀ ਰੋਟੀ ਦੀ ਖਾਤਰ ਜੋ ਕਰਦਾ ਕਰਦਾ, ਬਸ ਪਾਪ ਨਹੀਂ ਕਰਦਾ। ਹੁਣ ਸ਼ੇਰ ਵੀ, ਸ਼ੇਰ ਦਾ ਭੋਜਨ ਮਾਸ ਹੈ, ਇਹਨੇ ਉਸ ਵੇਲਾ ਜੀ ਹੱਤਿਆ ਕਰਨੀ ਜਦੋਂ ਇਹਨੂੰ ਭੁੱਖ ਲੱਗਦੀ ਆ, ਉਂਝ ਨਹੀਂ। ਅਤੇ ਬੰਦਾ ਤਾਂ ਪਤਾ ਨਹੀਂ ਕਿੰਨੀ ਕਿੰਨੀ ਜੀਵ ਹੱਤਿਆ ਕਰੀ ਜਾਂਦਾ, ਕੋਈ ਅੰਤ ਹੈ? ਉਹ ਜੀਵਨ ਥੋੜ੍ਹੀ ਹੈ। ਜੇ ਬੰਦਗੀ ਨਹੀਂ, ਪੁੱਠੇ ਕਰਮ ਕਰਦਾ ਪਿਆ, ਪਰ ਕਈ ਤਾਂ ਐਸੇ ਨੇ ਧਰਮ ਦਾ ਸਹਾਰਾ ਲੈ ਕੇ ਪੁੱਠੇ ਕਰਮ ਕਰਦੇ ਪਏ ਨੇ, ਉਹ ਜੀਵਨ ਥੋੜ੍ਹੀ ਹੈ, ਉਹ ਜੀਵਨ ਨਹੀਂ ਹੈ। ਉਹਦੇ ਕਹਿਣ ਦੇ ਮਨੁੱਖਾ ਜਨਮ ਮਿਲਿਆ। ਅਸਲ ਜੀਵਨ ਹੈ ਜੀਵਨ ਹਰ ਜਪ ਸਾਧ ਸੰਗ। ਜਿਹੜਾ ਸਤ ਸੰਗਤ ਦੇ ਵਿੱਚ ਰਹਿਣਾ, ਸਤ ਸੰਗਤ ਵਿੱਚ ਮਿਲ ਕਰਕੇ ਨਾਮ ਜਪਣਾ, ਬਾਣੀ ਪੜ੍ਹਨੀ, ਅਸਲ ਜੀਵਨ ਕਹਿੰਦੇ ਇਹ ਹੈ। ਰਹਾਓ ਅਨਕ ਪ੍ਰਕਾਰੀ ਬਸਤਰ ਉਡਾਏ, ਆਨੰਦਨ ਕੀਰਤਨ ਹਰ ਗੁਣ ਗਾਏ। ਹੁਣ ਜਿਹੜਾ ਜੀਵਨ ਹੈ ਉਹਦੇ ਵਿੱਚ ਕੱਪੜੇ ਜਿਹੜੇ ਨੇ, ਕੱਪੜੇ ਉਹ ਬਹੁਤ ਮਹੱਤਵ ਰੱਖਦੇ ਆ। ਕੱਪੜਿਆਂ ਤੋਂ ਬੰਦੇ ਦਾ ਪਤਾ ਲੱਗ ਜਾਂਦਾ, ਉਹਦੀ ਅਮੀਰੀ ਪਤਾ ਲੱਗਦੀ ਹੈ। ਲੈ ਵੀ ਇਹਦੀ ਜ਼ਿੰਦਗੀ ਬਹੁਤ ਵਧੀਆ, ਕੱਪੜੇ ਇਹਦੇ ਬਹੁਤ ਸੋਹਣੇ, ਬੜੇ ਸੁੰਦਰ ਸੁੰਦਰ ਕੱਪੜੇ ਪਾਉਂਦਾ ਜੀ। ਇਹਦੇ ਪਰਿਵਾਰ ਦੇ ਕੱਪੜੇ ਕਿੰਨੇ ਸੋਹਣੇ ਹੁੰਦੇ। ਕੱਪੜਿਆਂ ਤੋਂ ਬੜਾ ਆਪਣਾ ਅੰਦਾਜ਼ਾ ਲਾਉਂਦੇ ਆ ਵੀ ਜਿਹੜੇ ਹਰੀ ਦੇ ਪਿਆਰੇ ਨੇ, ਕਹਿੰਦੇ ਵੀ ਜੀਵਨ ਇਹਨਾਂ ਦਾ ਅਸਲ ਵਧੀਆ ਹੈ। ਫਿਰ ਇਹਨਾਂ ਦੇ ਕੱਪੜੇ ਕਿਹੜੇ ਆ, ਇਹ ਕੱਪੜੇ ਕਿਹੜੇ ਪਾਉਂਦੇ ਨੇ? ਮਹਾਰਾਜ ਸੱਚੇ ਪਾਤਸ਼ਾਹ ਹੁਣ ਹਰੀ ਦੇ ਪਿਆਰਿਆਂ ਦੇ ਕੱਪੜਿਆਂ ਦਾ ਜ਼ਿਕਰ ਕਰਦੇ ਨੇ। ਕਹਿੰਦੇ ਆਨੰਦਨ ਕੀਰਤਨ ਹਰ ਗੁਣ ਗਾਏ। ਰੱਬ ਦੇ ਭਗਤ, ਰੱਬ ਦੇ ਪਿਆਰੇ ਦਿਨ ਰਾਤ ਹਰੀ ਦੇ ਗੁਣਾਂ ਦਾ ਗਾਇਨ ਕਰਦੇ ਨੇ। ਉਹਨਾਂ ਨੂੰ ਕਹਿੰਦੇ ਨੇ ਅਨਕ ਪ੍ਰਕਾਰੀ ਬਸਤਰ ਉਡਾਏ। ਜਿਹੜਾ ਇੱਕ ਮਾਇਆਧਾਰੀ ਕੱਪੜਿਆਂ ਨੂੰ ਹਟਾਉਂਦਾ, ਕੱਪੜੇ ਪਹਿਨਦਾ, ਸੋ ਉਹ ਤਾਂ ਗਿਣਤੀ ਮਿਣਤੀ ਦੇ ਨੇ, ਉਹ ਇੰਨੇ ਨਹੀਂ ਹੈਗੇ। ਮੰਨਿਆ ਕਿ ਅੱਜ ਦੇ ਜ਼ਮਾਨੇ 'ਚ ਵਰਾਇਟੀਆਂ ਬਹੁਤ ਹੈ ਕੱਪੜਿਆਂ ਦੀਆਂ, ਰੰਗਾਂ ਦਾ ਵੀ ਪਤਾ ਨਹੀਂ ਲੱਗਦਾ। ਕੱਪੜੇ ਫਿਰ ਵੀ ਕਿੰਨੇ ਕੁ ਹੋ ਜਾਣਗੇ? ਜੇ ਵਰਾਇਟੀਆਂ ਲਈਏ 100 ਹੋ ਜਾਊ, 1000 ਹੋ ਜਾਊ, 1000 ਵਰਾਇਟੀਆਂ, ਇਦੋਂ ਵੱਧ ਤਾਂ ਨਹੀਂ ਹੋ ਸਕਦੀਆਂ। ਲੱਖ ਮੰਨ ਲਓ, ਰੰਗਾਂ ਨੂੰ ਦੇਖ ਲਓ, ਰੰਗ ਕਿੰਨੇ ਕੁ ਹੋਣਗੇ। ਪਰ ਰੱਬ ਦਾ ਪਿਆਰਾ ਅਨੇਕ ਪ੍ਰਕਾਰੀ, ਕਹਿੰਦੇ ਅਨੇਕਾਂ ਪ੍ਰਕਾਰ ਦੇ ਕੱਪੜੇ ਉਹ ਪਹਿਨਦਾ, ਅਨੇਕਾਂ ਰੰਗਾਂ ਦੇ, ਅਨੇਕਾਂ ਕਿਸਮਾਂ ਦੇ
ਕਦੋਂ? ਜਦੋਂ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਉਹ ਪਿਆਰ ਦੇ ਨਾਲ ਜਪਦਾ, ਜਦੋਂ ਬਾਣੀ ਪਿਆਰ ਦੇ ਨਾਲ ਪੜ੍ਹਦਾ, ਸੁਣਦਾ, ਵਿਚਾਰਦਾ। ਇਹ ਉਹਦੇ ਕੱਪੜੇ ਆ। ਕਹਿੰਦੇ ਦੁਨਿਆਵੀ ਕੱਪੜੇ ਫਟ ਸਕਦੇ ਨੇ, ਗਲ ਸਕਦੇ ਨੇ, ਸੜ ਸਕਦੇ ਨੇ, ਪਰ ਆ ਜਿਹੜਾ ਸਿਫਤ ਸਲਾਹ ਦਾ ਕੱਪੜਾ ਹੁੰਦਾ ਇਹ ਕਿੱਥੇ ਸੜਦਾ ਗਲਦਾ। ਦੁਨਿਆਵੀ ਕੱਪੜੇ ਪੱਤ ਨਹੀਂ ਢੱਕ ਸਕਦੇ, ਨਹੀਂ ਢੱਕ ਸਕਦੇ, ਪਰ ਜਿਹੜਾ ਸਿਫਤ ਸਲਾਹ ਦਾ ਕੱਪੜਾ ਹੈ ਪੱਤ ਢੱਕਦਾ। ਇਹ ਕਿੱਥੇ, ਜਿਹੜਾ ਇੱਕ ਵਾਰੀ ਇਹ ਕੱਪੜਾ ਪਹਿਨ ਲੈਂਦਾ ਫਿਰ ਮੁੜ ਕੇ ਕਿੱਥੇ ਨਗਨ ਹੁੰਦਾ। ਜਿਹੜਾ ਕੱਪੜਾ ਪਾ ਲੈਂਦਾ ਸਿਫਤ ਸਲਾਹ ਦਾ। ਅੱਗੇ ਮਹਾਰਾਜ ਸੱਚੇ ਪਾਤਸ਼ਾਹ ਅਗਲੀ ਪੰਕਤੀ ਵਿੱਚ ਜ਼ਿਕਰ ਕਰਦੇ, ਹਸਤੀ ਰਥ ਅਸ ਅਸਵਾਰੀ, ਹਰ ਕਾ ਮਾਰਗ ਹਿਰਦੈ ਨਿਹਾਰੀ। ਜਿਹੜੇ ਮਾਇਆਧਾਰੀ ਹੁੰਦੇ ਨੇ ਉਹਨਾਂ ਕੋਲ ਤਾਂ ਸਵਾਰੀਆਂ ਹੀ ਬੜੀਆਂ। ਹਾਥੀਆਂ ਦੀ ਸਵਾਰੀ ਹੈ, ਘੋੜਿਆਂ ਦੀ ਸਵਾਰੀ ਹੈ, ਫਿਰ ਰੱਥਾਂ ਦੀ ਸਵਾਰੀ, ਪਾਲਕੀਆਂ ਦੀ ਸਵਾਰੀ, ਥੋੜ੍ਹੀਆਂ ਸਵਾਰੀਆਂ। ਜਿੱਦਾਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕਾਰਾਂ ਹੀ ਕਿੰਨੀਆਂ ਬਣ ਗਈਆਂ। ਕਾਰਾਂ ਦੀ ਸਵਾਰੀ, ਬਾਈਕ ਨੇ, ਫਿਰ ਜਹਾਜ਼ਾਂ ਦੀ ਸਵਾਰੀ, ਹੈਲੀਕਾਪਟਰਾਂ ਦੀ ਸਵਾਰੀ। ਸਭ ਤੋਂ ਉੱਤਮ ਸਵਾਰੀ ਤਾਂ ਇਹੋ ਹੀ ਹੈ। ਵੱਡੀ ਤੋਂ ਵੱਡੀ ਸਵਾਰੀ ਦੀ ਗੱਲ ਕਰੀਏ ਜਹਾਜ਼ ਹੀ ਹੈ, ਇੱਦੋਂ ਵੱਡੇ ਤਾਂ ਪਰੇ ਤਾਂ ਕੁਝ ਨਹੀਂ ਹੈ। ਪਰ ਇੱਥੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਵਾਸਤੇ ਹਾਥੀ, ਰੱਥ, ਘੋੜੇ, ਚੰਗੀਆਂ ਚੰਗੀਆਂ ਸਵਾਰੀਆਂ ਕਿਹੜੀਆਂ ਨੇ? ਕਿ ਉਹਨਾਂ ਕੋਲ ਵੀ ਸਵਾਰੀਆਂ ਹੈਗੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾਂ, ਉਹਨਾਂ ਦੀ ਸਵਾਰੀ ਹੋਈ ਆ ਜਿਹੜਾ ਹਰ ਕਾ ਮਾਰਗ ਹਿਰਦੈ ਨਿਹਾਰੀ। ਉਹ ਆਪਣੇ ਅੰਤਰ ਆਤਮੇ ਤੱਕਦੇ ਨੇ, ਉਹਨਾਂ ਨੂੰ ਆਪਣੇ ਅੰਦਰ ਝਾਕਣਾ ਆ ਗਿਆ। ਆਪਣੇ ਅੰਦਰ ਜਿਸ ਨੂੰ ਆਪਣੇ ਅੰਦਰ ਝਾਕਣਾ ਆ ਜਾਂਦਾ, ਅੰਤਰਾਤਮੇ ਆਪਣੇ ਆਪ ਦੀ ਪਰਖ ਕਰਨੀ ਆ ਜਾਂਦੀ, ਮਹਾਰਾਜ ਕਹਿੰਦੇ ਉਹਦੇ ਵਾਸਤੇ ਉਹੀ ਹਾਥੀ, ਘੋੜੇ ਤੇ ਵਧੀਆ ਵਧੀਆ ਸਵਾਰੀਆਂ ਨੇ। ਤੇ ਰੱਬ ਦੇ ਪਿਆਰੇ ਤੇ ਰਹਿੰਦੇ ਅੰਤਰਮੁਖ ਹੈ। ਸੋ ਉਹਦਾ ਕਿਤੇ ਲੋੜ ਪੈਂਦੀ ਕਰਕੇ ਫਿਰ ਭਾਵੇਂ ਬਾਹਰ ਮੁਖੀ ਹੁੰਦੇ ਹੈ, ਤਾਂ ਜ਼ਿਆਦਾਤਰ ਉਹਨਾਂ ਦਾ ਜੀਵਨ ਅੰਤਰਮੁਖ ਹੁੰਦਾ ਹੈ। ਬਹੁਤੇ ਭਗਤ ਐਸੇ ਹੁੰਦੇ ਨੇ ਜਿਨ੍ਹਾਂ ਦਾ ਕਾਫੀ ਸਮਾਂ ਅੰਤਰਮੁਖੀ ਅਵਸਥਾ ਦੇ ਵਿੱਚ ਵਿਚਰਦਾ, ਅਤੇ ਕਦੀ ਕਦੀ ਉਹ ਬਾਹਰ ਮੁਖੀ ਹੁੰਦੇ ਨੇ। ਜਿਹੜਾ ਅੰਤਰਮੁਖੀ ਹੈ ਨਾ, ਉਹ ਸਾਨੂੰ ਸਵਾਰੀਆਂ ਨੇ ਸਾਰੀਆਂ। ਸੁਰਤੀ ਦਾ ਮਾਰਗ ਹੈ। ਇੱਦਾਂ ਦਾ ਸਫ਼ਰ ਤਾਂ ਹਵਾਈ ਜਹਾਜ਼ ਦਾ ਵੀ ਨਹੀਂ ਹੋਣਾ, ਸਵਾਰੀ ਦਾ ਇੱਦਾਂ ਦਾ ਆਨੰਦ ਜਿਹੜਾ ਹਵਾਈ ਜਹਾਜ਼ ਦਾ ਵੀ ਨਹੀਂ ਹੋਣਾ। ਜਿੱਦਾਂ ਦਾ ਸਵਾਰੀ ਦਾ ਆਨੰਦ ਅੰਤਰਾਤਮੇ ਦਾ ਹੁੰਦਾ। ਪਰ ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ ਉਹ ਵੀ ਸੋ ਅੰਤਰਾਤਮੇ ਦੇਖਦੇ। ਅੰਤਰਾਤਮੇ ਜਦੋਂ ਨਿਹਾਰੀ ਵੇਖਦੇ ਨੇ, ਉੱਥੋਂ ਹਰੀ ਦਾ ਮਾਰਗ ਹੈ। ਜਿਹੜਾ ਹਰੀ ਦਾ ਮਾਰਗ ਉੱਥੋਂ ਹੀ ਚੱਲਦਾ, ਅਤੇ ਉਹ ਸੁਰਤੀ ਦੇ ਨਾਲ ਹੀ ਜਾ ਹੁੰਦਾ। ਉੱਥੇ ਹੋਰ ਤਾਂ ਕੋਈ ਸਾਧਨ ਨਹੀਂ ਹੈ। ਜਿਹੜਾ ਪਹਿਲੀ ਗੱਲ ਤਾਂ ਹਰੀ ਦਾ ਮਾਰਗ ਹੀ ਨਹੀਂ ਪਤਾ ਚੱਲਦਾ ਹੈ ਵੀ ਹਰ ਮਾਰਗ ਕਿਹੜਾ। ਮਾਰਗ 'ਤੇ ਲਿਖ ਦਿੰਦੇ ਨਾ, ਜਿਸ ਦੇਸ਼ ਨੂੰ ਜਾਂ ਜਿਸ ਸ਼ਹਿਰ ਨੂੰ ਰਾਹ ਜਾਂਦਾ, ਜਿਸ ਪਿੰਡ ਨੂੰ ਰਾਹ ਜਾਂਦਾ, ਪਿੰਡ ਦਾ ਨਾਂ ਲਿਖਦੇ ਨੇ ਵੀ ਆਹ ਮਾਰਗ। ਕਈ ਰਾਜਿਆਂ ਮਹਾਰਾਜਿਆਂ ਦੇ ਨਾਂ 'ਤੇ ਮਾਰਗ ਲਿਖੇ ਹੋਏ ਨੇ, ਫਲਾਨੇ ਰਾਜੇ ਦੇ ਨਾਂ 'ਤੇ ਮਾਰਗ ਇਹਦਾ ਲਿਖ ਦਿੰਦੇ। ਜਿਹੜਾ ਹੁਣ ਹਰ ਕਾ ਮਾਰਗ ਹੈ, ਇਹਦਾ ਮਤਲਬ ਵੀ ਇਹ ਮਾਰਗ ਹਰੀ ਵੱਲ ਨੂੰ ਜਾਂਦਾ ਹੈ, ਹਰੀ ਵੱਲ। ਸੋ ਇਹ ਰੱਬ ਦੇ ਪਿਆਰੇ ਜਦੋਂ ਅੰਤਰਾਤਮੇ ਤੱਕਦੇ ਨੇ, ਉਹਨਾਂ ਨੂੰ ਅੰਦਰੋਂ ਹਰੀ ਦਾ ਮਾਰਗ ਦਿਸਦਾ। ਫਿਰ ਸੁਰਤੀ ਦੇ ਦੁਆਰੇ ਹਰੀ ਦੇ ਮਾਰਗ 'ਤੇ ਚੱਲਦੇ ਨੇ। ਉਹ ਜਿਹੜੀ ਸੁਰਤੀ ਦੀ ਸਵਾਰੀ ਹੈ ਨਾ ਉਹਨਾਂ ਦੀ, ਉਹੀ ਹਾਥੀ, ਘੋੜੇ, ਰੱਥ, ਇਹਨਾਂ ਨਾਲ ਵੀ ਕਿਤੇ ਵਧੀਆ ਉਹ ਸਵਾਰੀ ਹੁੰਦੀ ਹੈ। ਜਿੰਨੀ ਸਪੀਡ ਫਿਰ ਸੁਰਤੀ ਦੀ ਹੈ, ਇੰਨੀ ਸਪੀਡ ਤਾਂ ਫਿਰ ਹੋਰ ਕਿਸੇ ਸਾਧਨ ਦੀ ਹੈ ਨਹੀਂ। ਕਿਸੇ ਵੀ ਸਾਧਨ ਦੀ ਇੰਨੀ ਸਪੀਡ ਨਹੀਂ ਹੈ। ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਜਿਹੜੇ ਮਨ ਕਰਕੇ, ਤਨ ਕਰਕੇ, ਜਾਂ ਮਨ ਦੇ ਵਿੱਚ ਅਤੇ ਤਨ ਦੇ ਵਿੱਚ ਅੰਤਰ ਹੁੰਦਾ ਵਿੱਚ, ਚਰਨ ਧਿਆਇਆ, ਸ਼ਬਦਾਂ ਦਾ ਜਾਪ ਜਪਦੇ ਨੇ। ਸ਼ਬਦ ਦੀ ਵਿਚਾਰ ਜਿਨ੍ਹਾਂ ਦੇ ਮਨ ਤਨ ਵਿੱਚ ਚੱਲ ਪੈਂਦੀ ਹੈ, ਹਰ ਵਕਤ ਗੁਰਬਾਣੀ ਦੀ ਵਿਚਾਰ ਅੰਤਰਾਤਮੇ ਜਿਹੜੇ ਕਰਦੇ ਨੇ, ਉਹਨਾਂ ਨੂੰ ਕਹਿ ਤਾ ਮਨ ਤਨ ਅੰਤਰ ਹਰ ਚਰਨ ਧਿਆਇਆ।
ਸੁਖ ਨਿਧਾਨ ਨਾਨਕ ਦਾਸ ਪਾਇਆ। ਮਹਾਰਾਜ ਕਹਿੰਦੇ ਜਿਹੜਾ ਸੁੱਖਾਂ ਦਾ ਖਜ਼ਾਨਾ, ਨਾਨਕ ਤੋਂ ਭਾਵ ਹੈ ਸਤਿਗੁਰੂ ਜੀ ਇਹ ਗੱਲ ਕਹਿ ਰਹੇ ਨੇ, ਉਹਨੂੰ ਸੁੱਖਾਂ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ। ਪਰ ਸੁੱਖਾਂ ਦਾ ਖਜ਼ਾਨਾ ਸੋ ਵਿਸਾਰੇ ਕਿਉਂ ਨਹੀਂ ਪ੍ਰਾਪਤ ਕਰਦੇ? ਹੁਣ ਪਤਾ ਲੱਗ ਜਾਵੇ ਇੱਥੇ ਕੋਈ ਖਜ਼ਾਨਾ ਨੱਪਿਆ ਹੋਇਆ, ਕਿੱਦਾਂ ਸਾਰੇ ਉਧਰ ਨੂੰ ਦੌੜਦੇ ਨੇ। ਖਜ਼ਾਨਾ ਪ੍ਰਾਪਤ ਕਰਨ ਲਈ ਕੌਣ ਨਹੀਂ ਜਾਂਦਾ? ਸੋ ਹਰ ਇੱਕ ਤਰ੍ਹਾਂ ਦਾ ਯਤਨ ਕਰਦਾ ਵੀ ਇੱਥੇ ਖਜ਼ਾਨਾ ਹੈ, ਖਜ਼ਾਨੇ ਨੂੰ ਕਿਸੇ ਤਰੀਕੇ ਨਾਲ ਪ੍ਰਾਪਤ ਕਰ ਲਈ। ਜੇ ਪਤਾ ਲੱਗ ਗਿਆ ਵੀ ਸਾਰੇ ਸੁੱਖਾਂ ਦਾ ਖਜ਼ਾਨਾ ਤੇ ਉਹ ਹਰੀ ਦਾ ਨਾਮ ਹੈ, ਤੇ ਇਹਨੂੰ ਪਾਉਣ ਦਾ ਹੁਣ ਯਤਨ ਤਾਂ ਕਰਦੇ ਹੋ ਜਿਹੜੇ ਭਗਤ ਨੇ, ਬਾਣੀ ਪੜ੍ਹਨੇ ਵਾਲੇ, ਬੰਦਗੀ ਕਰਨੇ ਵਾਲੇ, ਜਿਹੜੇ ਇਸ ਤੇ ਮਾਰਗ 'ਤੇ ਚੱਲਦੇ ਨੇ, ਜਿਹੜੇ ਇਸ ਮਾਰਗ 'ਤੇ ਚੱਲ ਪਏ, ਜਿਨ੍ਹਾਂ ਦਾ ਇਹ ਮਾਰਗ ਹੈ। ਪਤਾ ਨਹੀਂ ਕਿੰਨੇ ਕੁ ਚੱਲਦੇ ਨੇ। ਇਸ ਮਾਰਗ 'ਤੇ ਚੱਲਣੇ ਵਾਲਿਆਂ ਦੀ ਗਿਣਤੀ ਕਿਹੜਾ ਘੱਟ ਹੈ। ਮਹਾਰਾਜ ਨੇ ਅਸੰਖਾਂ ਵਿੱਚ ਕਿਹਾ ਹੋਇਆ, ਕਹਿੰਦੇ ਅਸੰਖਾਂ ਨੇ ਜਿਹੜੇ ਚੱਲਦੇ ਨੇ, ਪਰ ਪ੍ਰਾਪਤੀ ਹੋਣੀ, ਕੁਛ ਮਿਲ ਜਾਣਾ, ਉਹਨਾਂ ਦੀ ਗਾਂ 'ਤੇ ਗਾਂ ਗਿਣਤੀ ਜਿਹੜੀ ਘਟਦੀ ਜਾਂਦੀ ਹੈ। ਸੋ ਇਸ ਮਾਰਗ 'ਤੇ ਚੱਲਣੇ ਵਾਲਿਆਂ ਦੀ ਗਿਣਤੀ ਬੜੀ ਹੈ। ਅਤੇ ਸੁੱਖ ਨਿਧਾਨ ਜਿਹੜੇ ਪ੍ਰਾਪਤ ਕਰਦੇ ਨੇ, ਸੁੱਖਾਂ ਦਾ ਖਜ਼ਾਨਾ ਤਾਂ ਨਾਮ ਨੂੰ ਕਿਹਾ ਹੋਇਆ, ਸੁੱਖ ਨਿਧਾਨ, ਉਹਨਾਂ ਦੀ ਗਿਣਤੀ ਘੱਟ ਆ। ਸਾਰੇ ਥੋੜ੍ਹੀ ਸੁੱਖ ਨਿਧਾਨ ਪ੍ਰਾਪਤ ਕਰਦੇ ਆ। ਸੋ ਸੁੱਖ ਨਿਧਾਨ ਨੂੰ ਅਕਸਰ ਪ੍ਰਾਪਤ ਕੌਣ ਕਰਦਾ ਹੈ? ਸੱਚੇ ਪਾਤਸ਼ਾਹ ਕਹਿੰਦੇ ਦਾਸ ਪਾਇਆ। ਸੋ ਜਿਹੜੇ ਦਾਸਾ ਭਾਵ ਧਾਰਨ ਕਰਦੇ ਨੇ, ਬਾਣੀ ਵੀ ਪੜ੍ਹਨੀ ਹੈ, ਨਿਮਰਤਾ ਵੀ ਰੱਖਣੀ ਹੈ। ਸੋ ਨਿਮਰਤਾ ਨਹੀਂ ਰਹਿੰਦੀ, ਨਾ ਗਿਆਨਵਾਨ ਹੈ ਕਿ ਵਿਵਾਨ ਆ ਕੋਈ, ਉਹ 'ਚ ਵੀ ਨਿਮਰਤਾ ਹੈ ਨਹੀਂ। ਕੋਈ ਸਰੀਰ ਕਰਕੇ ਤਾਕਤਵਰ ਹੈ, ਉਹ ਵੀ ਨਿਮਰਤਾ ਖੋ ਬੈਠਦਾ। ਕੋਈ ਮਾਇਆ ਕਰਕੇ ਤਾਕਤਵਰ ਹੈ, ਨਿਮਰਤਾ ਖੋ ਬੈਠਦਾ। ਕੋਈ ਰਾਜ ਭਾਗ ਪ੍ਰਬੰਧ ਦੇ ਪੱਖੋਂ ਵੀ ਕੀ ਤਾਕਤਵਰ ਹੁੰਦੇ, ਉਹਨਾਂ 'ਚ ਨਿਮਰਤਾ ਨਹੀਂ ਹੁੰਦੀ। ਸੋ ਨਿਮਰਤਾ ਜੇ ਨਹੀਂ ਹੈ, ਫਿਰ ਨਾਮ ਦਾ ਖਜ਼ਾਨਾ ਕਦਾਚਿਤ ਵੀ ਪ੍ਰਾਪਤ ਨਹੀਂ ਹੋ ਸਕਦਾ। ਸੋ ਨਿਮਰਤਾ ਵਾਲੇ ਹੀ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਸਕਦੇ ਨੇ। ਮਹਾਰਾਜ ਨੇ ਬੜੀ ਮਿਹਰ, ਕਿਰਪਾ, ਰਹਿਮਤ, ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ, ਇਹ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜੋ ਅਖੰਡ ਪਾਠ ਸਾਹਿਬ ਦੇ ਪ੍ਰਵਾਹ ਚੱਲ ਰਹੇ ਨੇ, ਸੋ ਅੱਜ ਭੋਗ ਪੈਣੇ ਨੇ। ਜਿਨ੍ਹਾਂ ਕੋਲ ਸਮਾਂ ਹੋਵੇ ਜ਼ਰੂਰ ਦਰਸ਼ਨ ਦੇਣ। 9 ਵਜੇ ਦੇ ਨਾਲ ਭੋਗ ਦੇ ਸਲੋਕ ਆਰੰਭ ਹੋ ਜਾਣਗੇ। ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ, ਲਾਹਾ ਪ੍ਰਾਪਤ ਕਰਨਾ, ਭੁੱਲਾਂ ਚੁੱਕਾਂ ਦਾ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ, ਸਤਿਗੁਰ ਪ੍ਰਸਾਦਿ ਆਨੰਦ ਪਿਆ। ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਛੇਤੀ। ਮਨ ਮਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵ ਹਰੀ ਕੇਰਾ। ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹਨ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰ ਹੂੰ ਕਰੀ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋਖਿਓ ਮਨੋ ਵਿਸਾਰੀ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇ ਸੋ ਪਾਵੇਂ ਸਦਾ ਸ਼ਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮਦਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਇ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟੋਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਚ ਦੂਤ ਦਵਾਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ, ਤੁਰ ਜਿਨ ਕਉਸੇ। ਨਾਮ ਹਰ ਕੇ ਲਾਗੇ, ਕਹਿ ਨਾਨਕ ਤੈਸ ਕਹੋਆ। ਤਿਤ ਕਰ ਅਨਹਦ ਵਾਜੇ। ਅਨ ਸੁਣੋ ਬੜ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ, ਕਹਿਤੇ ਪਵਿੱਤ। ਸਤਿਗੁਰ ਰਹਾ ਭਰਪੂਰੇ,
ਬਿਨਵੰਤ ਨਾਨਕ ਗੁਰੂ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਮ ਪੈ ਅਰਦਾਸ ਪਿੰਡ ਸਭ ਤੇਰੀ, ਅੰਬਾਰਕ ਤੇਰੇ ਸੁਖ ਕੰਧੇਰੇ। ਉੱਚੇ ਤੇ ਉੱਚਾ ਭਗਵੰਤ, ਵਾਹਿਗੁਰੂ। 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 ਸਰਬੱਤ ਦਾ ਭਲਾ। ਖਾਲਸਾ ਵਾਹਿਗੁਰੂ ਜੀ। ਤਵੇ ਚਲਾਇਓ ਪੰਥ, ਗੁਰੂ ਮਾਨਿਓ ਗ੍ਰੰਥ। ਪ੍ਰਗਟ ਗੁਰਾਂ ਕੀ ਦੇ, ਖੋਜ ਸ਼ਬਦ ਮੈਲੇ। ਆਕੀ ਰਹੇ ਨ ਕੋਏ, ਬਚੇ ਸ਼ਰਨ ਜੋ ਹੋਏ। ਚੜੇ ਸੋਤਰੇ ਪਾਰ, ਗੁਰ ਪਾਰ ਉਤਾਰਨਹਾਰ। ਕਲਗੀ ਸੋ ਹੈ ਸੀਸ, ਗੁਰ ਕਲਗੀ ਧਾਰ ਜਗਦੀਸ਼। ਸਤਿ ਸ੍ਰੀ ਅਕਾਲ। ਫਤਿਹ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਸੋ ਕਹੁ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ,
ਜਨਮ ਮਰਨ ਦੁਖ ਜਾਏ। ਹੋਵੇ ਸਿਫਤ ਖਸਮ ਦੀ ਨੂਰੀ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਟੋਡੀ ਮਹੱਲਾ ਪੰਜਵਾ। ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਰਹਾਓ। ਅਵਰ ਨ ਸੂਝੈ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ। ਲਿਖਾ ਛੋੜ ਅਲਿਖੈ ਛੂਟੈ ਹਮ ਨਿਰਗੁਣ ਲੇਹ ਉਵਾਰੀ। ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਤਸ਼ਾਹ ਭਰਿਓ ਰਾਖ ਲਿਹੋ ਇਹ ਵਾਰੀ। ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਤਸ਼ਾਹ ਭਰਿਓ ਰਾਖ ਲਿਹੋ ਏ ਵਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ ਵਾਹਿਗੁਰੂ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।